ਸਤਿ ਸ਼੍ਰੀ ਅਕਾਲ, ਨਮਸਤੇ ਜੀ ਆਇਆਂ ਨੂੰ ਬੱਚਿਓ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਅੱਜ ਦੀ ਲੜੀ ਵਿੱਚ ਜੋ ਅਸੀਂ ਅਗਲਾ ਚੈਪਟਰ ਕਰਨ ਜਾ ਰਹੇ ਹਾਂ ਉਹ ਹੈ 11ਵੀਂ ਕਲਾਸ ਦੀ ਕਹਾਣੀ ਹੈ ਗਰਜ਼ਾਂ ਮਾਰੇ, ਜੋ ਕਿ ਲਿਖੀ ਹੋਈ ਹੈ ਸੁਖਵੰਤ ਕੌਰ ਮਾਨ ਜੀ ਦੀ। ਬਹੁਤ ਹੀ ਵਧੀਆ ਕਹਾਣੀ ਹੈ ਗਰਜ਼ਾਂ ਮਾਰੇ। ਗਰਜ਼ ਕੀ ਹੁੰਦੀ? ਜਦੋਂ ਤੁਹਾਡੀ ਆਪਣੀ ਲੋੜ ਹੁੰਦੀ ਹੈ, ਜਦੋਂ ਤੁਹਾਨੂੰ ਆਪਣੀ ਜ਼ਰੂਰਤ ਹੁੰਦੀ ਹੈ ਤਾਂ ਤੁਸੀਂ ਕਿਸ ਵੀ ਹੱਦ ਤੱਕ ਜਾਣ ਲਈ ਤਿਆਰ ਹੋ ਜਾਂਦੇ ਹੋ। ਜਿਵੇਂ ਕਿ ਸਪੋਜ਼ ਤੁਹਾਡਾ ਕੋਈ ਕੋਈ ਪੇਪਰ ਆ ਗਿਆ, ਤੁਹਾਡੇ ਸਿਰ ਤੇ ਆ ਗਿਆ, ਤੁਹਾਡੀ ਗਰਜ਼ ਹੈ, ਤੁਸੀਂ ਟੀਚਰ ਦੇ ਕੋਲ ਜਾ ਕੇ ਖੁਦ ਕਹਿੰਦੇ ਹੋ ਮੈਡਮ ਸਾਨੂੰ ਕੰਮ ਕਰਾ ਦਿਓ, ਸਰ ਸਾਨੂੰ ਕੰਮ ਕਰਾ ਦਿਓ, ਕਿਉਂਕਿ ਤੁਹਾਡੀ ਗਰਜ਼ ਹੈ, ਤੁਸੀਂ ਉਸ ਨੂੰ ਪੜ੍ਹਨਾ ਹੈ। ਸੋ ਇਸ ਕਹਾਣੀ ਵਿੱਚ ਜਿਹੜੀ ਦੋ ਪਾਰਟੀਆਂ ਹਨ, ਇੱਕ ਪਾਸੇ ਤਾਂ ਜ਼ਿਮੀਂਦਾਰ ਹੈ ਜਿਸ ਨੇ ਆਪਣੀ ਕਣਕ ਦੀ ਜਿਹੜੀ ਕਿ ਗਹਾਈ ਕਰਾਉਣੀ ਹੈ, ਕਟਾਈ ਕਰਾਉਣੀ, ਕਣਕ ਦੇ ਜਿਹੜੇ ਦਾਣੇ ਕਢਾਉਣ ਦਾ ਕੰਮ ਹੈ ਉਹ ਕਰਾਉਣਾ ਹੈ, ਕਿਉਂਕਿ ਬੱਦਲ ਬਹੁਤ ਆ ਰਿਹਾ ਤੇ ਬਾਰਿਸ਼ ਦਾ ਕਿਸੇ ਵੀ ਵਕਤ ਹੋਣ ਦੇ ਜਿਹੜੇ ਕਿ ਆਸਾਰ ਲੱਗ ਰਹੇ ਹਨ। ਦੂਸਰੇ ਪਾਸੇ ਉਹ ਮਜ਼ਦੂਰ ਨੇ ਜਿਹੜੇ ਕਿ ਦਿਨ ਰਾਤ ਮਜ਼ਦੂਰੀ ਕਰੀ ਜਾ ਰਹੇ ਨੇ ਤੇ ਉਹਨਾਂ ਨੂੰ ਨੀਂਦ ਵੀ ਬਹੁਤ ਆ ਰਹੀ ਹੈ, ਪਰ ਉਹਨਾਂ ਦੀ ਗਰਜ਼ ਕੀ ਹੈ? ਉਹਨਾਂ ਨੂੰ ਮਜ਼ਦੂਰੀ ਮਿਲ ਜਾਏਗੀ, ਉਹਨਾਂ ਨੂੰ ਜ਼ਿਆਦਾ ਉੱਚੀ ਮਜ਼ਦੂਰੀ ਮਿਲ ਜਾਏਗੀ। ਇਸ ਕਰਕੇ ਉਹ ਆਪਣਾ ਜਿਹੜੀ ਕਿ ਨੀਂਦ ਦੇ ਆਉਣ ਦੇ ਬਾਵਜੂਦ ਵੀ ਜਿਹੜਾ ਕਿ ਉਹ ਕੰਮ ਕਰਨਾ ਚਾਹੁੰਦੇ ਹਨ, ਮਜ਼ਦੂਰੀ ਕਰਨਾ ਚਾਹੁੰਦੇ ਹਨ। ਸੋ ਇਹ ਕਹਾਣੀ ਹੈ ਗਰਜ਼ਾਂ ਮਾਰੇ, ਲਿਖੀ ਕਿਸ ਦੀ? ਸੁਖਵੰਤ ਕੌਰ ਮਾਨ ਜੀ ਦੀ। ਇਸ ਕਹਾਣੀ ਦੇ ਜਿਹੜੇ ਕਿ ਮੁੱਖ ਪਾਤਰ ਹਨ, ਜਿਸ ਵਿਅਕਤੀ ਦੇ ਆਲੇ ਦੁਆਲੇ ਸਾਰੀ ਕਹਾਣੀ ਘੁੰਮੀ, ਉਹ ਹੈ ਕੁਲਦੀਪ ਸਿੰਘ ਹੈ, ਜਿਸ ਦੀ ਆਪਣੇ ਜ਼ਮੀਨ ਦੀ ਜਿਹੜੀ ਕਣਕ ਦੀ ਗਹਾਈ ਕਰਾਉਣੀ ਹੈ। ਉਸ ਦਾ ਬੇਟਾ ਹੈ ਪ੍ਰਭਜੀਤ ਸਿੰਘ, ਔਰ ਉਹਨਾਂ ਨੇ ਜਿਹੜੇ ਮਜ਼ਦੂਰ ਨੇ, ਜਿਹੜੇ ਚਾਰ ਮਜ਼ਦੂਰ ਨੇ, ਕਾਲੂ, ਪੂਰਨ, ਦੇਬੂ ਤੇ ਪ੍ਰੀਤੂ ਜਿਹੜੇ ਮਜ਼ਦੂਰ ਨੇ। ਔਰ ਇੱਕ ਇਹਦੇ ਵਿੱਚ ਵਿਅਕਤੀ ਹੈ ਗੁਰਪਾਲ ਸਿੰਘ, ਜਿਹੜਾ ਕਿ ਸਿੱਧੇ ਤੌਰ ਤੇ ਨਹੀਂ ਸਾਹਮਣੇ ਹੈਗਾ, ਲੇਕਿਨ ਇਹ ਹੈ ਕਿ ਜਿਹੜੀ ਕਣਕ ਦੀ ਗਹਾਈ ਕਰਾਉਣ ਵਾਸਤੇ ਜਿਹੜੀ ਥ੍ਰੈਸ਼ਰ ਮਸ਼ੀਨ ਹੁੰਦੀ, ਜਿਹੜੀ ਕਿ ਹੁਣ ਤਾਂ ਕੰਬਾਈਨ ਆ ਗਈ ਨਾ, ਪਹਿਲਾਂ ਥ੍ਰੈਸ਼ਰ ਮਸ਼ੀਨ 'ਚ ਜਿਹੜਾ ਕਣਕ ਦੀ ਗਹਾਈ ਹੁੰਦੀ ਸੀ, ਉਸ ਵਿਅਕਤੀ ਦੀ ਜਿਹੜੀ ਮਸ਼ੀਨ ਲਿਆਂਦੀ, ਜਿਸ ਵਿਅਕਤੀ ਉਸ ਦਾ ਨਾਮ ਹੈ ਗੁਰਪਾਲ ਸਿੰਘ। ਪਹਿਲਾਂ ਕੀ ਹੁੰਦਾ ਸੀ, ਸਾਰਿਆਂ ਕੋਲ ਤੇ ਮਸ਼ੀਨਾਂ ਨਹੀਂ ਹੁੰਦੀਆਂ ਸੀ ਨਾ, ਤੇ ਲੋਕੀ ਇੱਕ ਦੂਜੇ ਕੋਲ ਉਧਾਰੀ ਮੰਗ ਲੈਂਦੇ ਸੀ 2 ਦਿਨ ਵਾਸਤੇ, 3 ਦਿਨ ਵਾਸਤੇ। ਸੋ ਕਹਾਣੀ ਕੁਝ ਇੰਝ ਸ਼ੁਰੂ ਹੁੰਦੀ ਹੈ, ਜਿਹੜਾ ਕਿ ਕੁਲਦੀਪ ਸਿੰਘ ਹੈ ਉਸਨੇ ਆਪਣੀ ਕਣਕ ਦੀ ਜਿਹੜੀ ਗਹਾਈ ਕਰਾਉਣੀ ਹੈ, ਉਸਨੇ ਗੁਰਪਾਲ ਸਿੰਘ ਕੋਲੋਂ ਜਿਹੜੀ ਥ੍ਰੈਸ਼ਰ ਮਸ਼ੀਨ ਹੈ ਉਹ ਮੰਗ ਕੇ ਲਿਆਂਦੀ ਹੋਈ ਹੈ। ਉਸਨੇ ਅਗਲੇ ਦਿਨ ਉਸਨੂੰ ਵਾਪਸ ਮੋੜਨੀ ਹੈ ਤੇ ਬੱਦਲ ਬਹੁਤ ਜ਼ਿਆਦਾ ਆਇਆ ਹੋਇਆ ਹੈ, ਮੀਂਹ ਕਦੇ ਵੀ ਪੈ ਸਕਦਾ ਹੈ, ਮੀਂਹ ਮਤਲਬ ਬਾਰਿਸ਼ ਕਦੇ ਵੀ ਹੋ ਸਕਦੀ ਹੈ। ਸੋ ਉਹ ਚਾਹੁੰਦਾ ਹੈ ਕਿ ਜਿਹੜੇ ਉਸਨੇ ਮਜ਼ਦੂਰ ਨੇ ਮਿਲੇ ਹਨ, ਉਹ ਚਾਹੁੰਦਾ ਹੈ ਕਿ ਉਹ ਫਟਾਫਟ ਜਿਹੜਾ ਕਿ ਉਸਦੇ ਖੇਤ ਦਾ ਕੰਮ ਕਰ ਸਕਣ, ਉਸਦੀ ਗਹਾਈ ਕਰ ਸਕਣ। ਇਹ ਜਿਹੜੇ ਚਾਰੇ ਮਜ਼ਦੂਰ ਨੇ, ਇਹ ਪਹਿਲਾਂ ਪਿੰਡ ਦੇ ਜਿਹੜਾ ਕੋਈ ਸਰਪੰਚ ਹੈ ਉਹਦੇ ਖੇਤਾਂ 'ਚ ਗਹਾਈ ਕਰ ਰਹੇ ਸਨ, ਘੱਟ ਮਜ਼ਦੂਰੀ ਤੇ ਕਰ ਰਹੇ ਸਨ, ਤੇ ਕੁਲਦੀਪ ਸਿੰਘ ਨੇ ਉਹਨਾਂ ਨੂੰ ਜ਼ਿਆਦਾ ਮਜ਼ਦੂਰੀ ਦੇਣ ਕਰਕੇ 2.5 ਰੁਪਏ ਮਜ਼ਦੂਰੀ ਦਿੱਤੀ। ਪਹਿਲਾਂ ਉਹ ਜਿੱਥੇ ਕੰਮ ਕਰ ਰਹੇ ਸੀ 2 ਰੁਪਏ ਦੀ ਮਜ਼ਦੂਰੀ ਤੇ ਕਰ ਰਹੇ ਸੀ, ਇਸਨੇ 2.5 ਰੁਪਏ ਦੀ ਮਜ਼ਦੂਰੀ ਦਾ ਉਹਨਾਂ ਨੂੰ ਲਾਲਚ ਦੇ ਕੇ ਤੇ ਆਪਣੇ ਵੱਲ ਲੈ ਆਂਦਾ ਤੇ ਆਪਣੇ ਖੇਤ ਵਿੱਚ ਆਪਣੀ ਜ਼ਮੀਨ ਤੇ ਲਿਆ ਕੇ ਕਹਿੰਦਾ ਵੀ ਛੇਤੀ ਛੇਤੀ ਜਿਹੜਾ ਇੱਕ ਗਹਾਈ ਦਾ ਜਿਹੜਾ ਕੰਮ ਹੈ ਕਰੋ। ਗਹਾਈ ਦਾ ਮਤਲਬ ਹੁੰਦਾ ਬੇਟਾ ਬੱਚੋ ਕਣਕ 'ਚ ਜਿਹੜੇ ਦਾਣੇ ਕੱਢਣੇ ਹੁੰਦੇ ਉਹਨੂੰ ਕਹਿੰਦੇ ਗਹਾਈ ਕਰਨਾ। ਸੋ ਬੱਦਲ ਬਹੁਤ ਜ਼ਿਆਦਾ ਲਿਸ਼ਕ ਰਿਹਾ ਤੇ ਕੁਲਦੀਪ ਸਿੰਘ ਆਪਣੇ ਪੁੱਤਰ ਪ੍ਰਭਜੀਤ ਸਿੰਘ ਨੂੰ ਕਹਿੰਦਾ ਕਿ ਘਰੋਂ ਜਾ ਕੇ ਉਹ ਤੇਜ਼ ਪੱਤੀ ਵਾਲੀ ਚਾਹ ਬਣਾ ਕੇ ਲੈ ਆਵੇ, ਕਿਉਂਕਿ ਤੇਜ਼ ਪੱਤੀ ਵਾਲੀ ਚਾਹ ਪੀਣ ਦੇ ਨਾਲ ਜਿਹੜੀ ਕਿ ਨੀਂਦ ਹੈ ਥੋੜੀ ਦੇਰ ਵਾਸਤੇ ਦੂਰ ਚਲੇ ਜਾਂਦੀ ਹੈ। ਸੋ ਉਸ ਦਾ ਬੇਟਾ ਘਰੋਂ ਜਾ ਕੇ ਤੇਜ਼ ਪੱਤੀ ਵਾਲੀ ਜਿਹੜੀ ਚਾਹ ਵੀ ਲੈ ਆਉਂਦਾ ਹੈ ਤੇ ਨਾਲ ਹੀ ਟਰੈਕਟਰ ਤੇ ਲੱਦ ਕੇ ਜਿਹੜੀ ਮਸ਼ੀਨ ਹੈ ਜਿਸ 'ਚ ਗਹਾਈ ਹੋਣੀ, ਜਿਹੜੀ ਥ੍ਰੈਸ਼ਰ ਮਸ਼ੀਨ ਜਿਹੜੀ ਹੁੰਦੀ, ਉਸ ਨੂੰ ਵੀ ਲੈ ਕੇ ਖੇਤ ਵਿੱਚ ਆ ਜਾਂਦਾ ਹੈ। ਚਾਰੇ ਮਜ਼ਦੂਰ, ਉਹਨਾਂ ਨੂੰ ਨੀਂਦ ਬਹੁਤ ਆ ਰਹੀ ਕਿਉਂਕਿ ਉਹ ਕਾਫੀ ਦਿਨਾਂ ਤੋਂ ਮਜ਼ਦੂਰੀ ਕਰ ਰਹੇ ਸੀ, ਉਹ ਸੁੱਤੇ ਵੀ ਨਹੀਂ ਸੀ, ਪੂਰੀ ਨੀਂਦ ਨਹੀਂ ਲਈ ਸੀ। ਸੋ ਉਹ ਫਿਰ ਚਾਹ ਪੀ ਕੇ ਥੋੜੀ ਉਹਨਾਂ ਦੀ ਨੀਂਦ ਜਿਹੜੀ ਕਿ ਦੂਰ ਚਲੇ ਜਾਂਦੀ ਹੈ, ਉਹ ਆਪਣੇ ਆਪ ਨੂੰ ਜ਼ਿਆਦਾ એનર્ਜੀ ਨਾਲ ਜ਼ਿਆਦਾ ਫੀਲ ਕਰਦੇ ਨੇ, ਮਹਿਸੂਸ ਕਰਦੇ ਨੇ, ਤੇ ਉਹ ਕੰਮ ਸ਼ੁਰੂ ਕਰ ਦਿੰਦੇ ਨੇ ਕਰਨ ਵਾਸਤੇ। ਸੋ ਜਿਹੜੇ 2 ਮਜ਼ਦੂਰ, ਟੋਟਲ 4 ਮਜ਼ਦੂਰ ਨੇ, 2 ਮਜ਼ਦੂਰ ਤਾਂ ਜਿਹੜੀ ਕਿ ਜਿਹੜੀ ਮਸ਼ੀਨ ਹੈ ਉਸ ਦੇ ਵਿੱਚ ਰੁੱਗ ਲਾਉਂਦਾ, ਇੱਕ ਮਜ਼ਦੂਰ ਜਿਹੜਾ ਰੁੱਗ ਲਾਉਣ ਦਾ ਕੰਮ ਕਰਦਾ ਹੈ। ਥ੍ਰੈਸ਼ਰ ਜਿਹੜੀ ਮਸ਼ੀਨ ਹੁੰਦੀ ਹੈ ਉਹਦੇ 'ਚ ਇੱਕ ਵਿਅਕਤੀ ਜਿਹੜਾ ਕਿ ਇੱਕ ਪੰਡ ਜੀ ਜਾਂ ਇੱਕ ਚਰੀ ਜੀ ਬਣਾ ਕੇ ਨਾ, ਇੱਕ ਗੱਠੜਾ ਜਾਂ ਇਕੱਠਾ ਜਿਹਾ ਬਣਾ ਕੇ ਕਣਕ ਤੋਂ ਉਹਦੇ ਵਿੱਚ ਲਗਾਈ ਜਾਂਦਾ ਹੈ। ਇੱਕ ਉਹ ਕੰਮ ਕਰਦਾ ਹੈ, 2 ਕੰਮ ਜਿਹੜੇ ਕਿ ਕਣਕ ਦੀ ਗੱਠੜੀਆਂ ਬਣਾਉਣ ਦੇ ਕਰਦੇ ਪਏ ਹਨ। ਸੋ 4 ਮਜ਼ਦੂਰ ਪੂਰੀ ਮਿਹਨਤ ਦੇ ਨਾਲ ਆਪਣਾ ਕੰਮ ਕਰ ਰਹੇ ਹਨ। ਇਸ ਜਿਹੜੀ ਥ੍ਰੈਸ਼ਰ ਮਸ਼ੀਨ ਨਾਲ ਜਦੋਂ ਗਹਾਈ ਹੁੰਦੀ ਸੀ ਨਾ, ਉਸ ਟਾਈਮ ਬਹੁਤ ਸਾਰੇ ਮਜ਼ਦੂਰਾਂ ਦੇ ਹੱਥ ਵੀ ਕੱਟੇ ਜਾਂਦੇ ਸਨ, ਬਾਹ ਕੱਟੀ ਜਾਂਦੀ ਸੀ, ਮਸ਼ੀਨ ਦੇ ਵਿੱਚ ਆ ਜਾਂਦੀ ਸੀ। ਸੋ ਇਹ ਮਜ਼ਦੂਰਾਂ ਦੀ ਤਾਂ ਉਹਨਾਂ ਨੂੰ ਤਾਂ ਨੀਂਦ ਵੀ ਬਹੁਤ ਸਤਾ ਰਹੀ, ਤੇ ਇਹਨਾਂ ਨੂੰ ਬਾਰ-ਬਾਰ ਜਿਹੜਾ ਕੁਲਦੀਪ ਸਿੰਘ ਹੈ ਅਲਰਟ ਕਰਦਾ, ਵਾਰਨਿੰਗ ਦਿੰਦਾ ਕਿ ਮਸ਼ੀਨ 'ਚ ਕਿਤੇ ਹੱਥ ਨਾ ਆ ਜਾਏ, ਧਿਆਨ ਨਾ ਕਰਿਓ, ਧਿਆਨ ਨਾ ਕਰਿਓ। ਔਰ ਇਹਨਾਂ ਨੂੰ ਨੀਂਦ ਬਹੁਤ, ਇਸ ਕਰਕੇ ਜਿਹੜਾ ਕੁਲਦੀਪ ਸਿੰਘ ਦਾ ਬੇਟਾ ਪ੍ਰਭਜੀਤ ਸਿੰਘ ਹੈ ਉਹ ਉਹਨਾਂ ਦੀ ਵਾਰੀ ਲਾ ਦਿੰਦਾ ਕਿ 1 ਘੰਟੇ ਬਾਅਦ ਇਹ ਮਜ਼ਦੂਰ ਜਿਹੜਾ ਕਿ ਰੁੱਗ ਭਰੇਗਾ, ਫਿਰ ਦੂਸਰਾ ਭਰੇਗਾ, ਫਿਰ ਤੀਸਰਾ ਭਰੇਗਾ, ਫਿਰ ਚੌਥਾ ਭਰੇਗਾ। ਰੁੱਗ ਭਰਨਾ ਮਤਲਬ ਮਸ਼ੀਨ ਦੇ ਵਿੱਚ ਗੱਠਾ ਜਾਂ ਕਣਕ ਦਾ ਬਣਾ ਕੇ ਲਾਉਣਾ, ਤੇ ਉਹ ਧਿਆਨ ਨਾਲ ਲਾਉਣਾ ਕਿ ਕਿਤੇ ਚੱਲਦੀ ਮਸ਼ੀਨ ਵਿੱਚ ਜਿਹੜੀ ਹੈ ਕਿ ਹੱਥ ਜਾਂ ਬਾਹ ਨਾ ਆ ਸਕੇ।
ਫਿਰ ਥੋੜ੍ਹੀ ਦੇਰ ਜਿਹੜਾ ਕਿ ਉਹ ਕਣਕ ਦੀ ਗਹਾਈ ਦਾ ਕੰਮ ਕਰਦੇ ਹਨ ਅਤੇ ਮਜ਼ਦੂਰ ਥੱਕ ਜਾਂਦੇ ਹਨ। ਚਾਰੇ ਮਜ਼ਦੂਰ ਬਹਿ ਜਾਂਦੇ ਹਨ। ਉਹਨਾਂ ਨੂੰ ਫਿਰ ਕਹਿੰਦੇ ਨੇ ਕਿ ਸਾਨੂੰ ਬੜੀ ਨੀਂਦ ਆ ਰਹੀ ਹੈ। ਉਹ ਕੁਲਦੀਪ ਸਿੰਘ ਨੂੰ ਜਾਂ ਉਹਦੇ ਬੇਟੇ ਪ੍ਰਭਜੀਤ ਸਿੰਘ ਦੋਨਾਂ ਨੂੰ ਕਹਿੰਦੇ ਕਿ ਮਸ਼ੀਨ ਥੋੜ੍ਹੇ ਟਾਈਮ ਲਈ ਬੰਦ ਕਰ ਦਿਓ ਜਾਂ ਸਾਨੂੰ 2 ਘੰਟੇ ਸੌਣ ਦਿਓ। ਪਰ ਪ੍ਰਭਜੀਤ ਸਿੰਘ ਔਰ ਕੁਲਦੀਪ ਸਿੰਘ ਨੂੰ ਚਿੰਤਾ ਹੈ ਕਿ ਬਾਰਿਸ਼ ਆ ਗਈ ਤਾਂ ਸਾਰੀ ਜਿਹੜੀ ਕਣਕ ਹੈ ਉਹ ਖਰਾਬ ਹੋ ਜਾਏਗੀ। ਸੋ ਪ੍ਰਭਜੀਤ ਸਿੰਘ ਜਿਹੜਾ ਕੁਲਦੀਪ ਸਿੰਘ ਦਾ ਬੇਟਾ, ਉਹ ਮਜ਼ਦੂਰਾਂ ਨੂੰ ਥੋੜ੍ਹੀ ਜਿਹੀ ਅਫੀਮ ਖਾਣ ਵਾਸਤੇ ਦੇ ਦਿੰਦਾ ਹੈ ਕਿ ਉਹਨਾਂ ਦੀ ਜਿਹੜੀ ਨੀਂਦ ਹੈ ਉਹ ਦੂਰ ਹੋ ਜੇ। ਸੋ ਜਿਹੜੇ ਮਜ਼ਦੂਰ ਨੇ ਅਫੀਮ ਖਾ ਕੇ ਫਿਰ ਆਪਣੇ ਕੰਮ ਤੇ ਲੱਗ ਜਾਂਦੇ ਹਨ। ਇੰਨੇ ਨੂੰ ਇੱਕ ਜਿਹੜਾ ਮਜ਼ਦੂਰ ਰੌਲਾ ਪਾ ਦਿੰਦਾ ਕਿ ਸੱਪ ਆ ਗਿਆ, ਸੱਪ ਆ ਗਿਆ। ਸਾਰੇ ਮਜ਼ਦੂਰ ਇੱਧਰ ਉੱਧਰ ਭੱਜਣ ਲੱਗ ਜਾਂਦੇ ਨੇ, ਪਰ ਜਿਹੜਾ ਸੱਪ ਕਿਤੇ ਇੱਧਰ ਉੱਧਰ ਪੈਲੀਆਂ 'ਚ ਖੇਤਾਂ 'ਚ ਚਲਾ ਜਾਂਦਾ ਹੈ। ਸੋ ਫਿਰ ਜਿਹੜੇ ਮਜ਼ਦੂਰ ਕੰਮ ਕਰਨ ਲੱਗ ਪੈਂਦੇ ਹਨ, ਪਰ ਉਹ ਥੱਕੇ ਹੋਏ ਹਨ, ਉਹਨਾਂ ਕੋਲ ਕੰਮ ਨਹੀਂ ਹੋ ਰਿਹਾ, ਉਹ ਬਹਿ ਜਾਂਦੇ ਹਨ। ਤੇ ਕੁਲਦੀਪ ਸਿੰਘ ਤੇ ਪ੍ਰਭਜੀਤ ਸਿੰਘ ਜਿਹੜੇ ਪਿਓ ਪੁੱਤਰ ਨੇ ਆਪਸ 'ਚ ਕੋਈ ਸਲਾਹ ਕਰਦੇ ਨੇ ਤੇ ਇੰਨੇ ਨੂੰ ਕੀ ਹੁੰਦਾ ਕਿ ਜਿਹੜੇ ਮਜ਼ਦੂਰ ਨੇ ਨਾ ਉਹ ਕੰਮ ਛੱਡ ਕੇ ਸੜਕ ਵੱਲ ਨੂੰ ਤੁਰ ਪੈਂਦੇ ਨੇ, ਯਾਨੀ ਕਿ ਉਹਨਾਂ ਦੀ ਪੈਲੀ 'ਚੋਂ ਨਿਕਲ ਕੇ ਬਾਹਰ ਵੱਲ ਨੂੰ ਤੁਰ ਪੈਂਦੇ ਹਨ। ਜਦੋਂ ਪਿਓ ਪੁੱਤਰ ਵੇਖਦੇ ਹਨ ਕਿ ਮਜ਼ਦੂਰ ਕੰਮ ਛੱਡ ਕੇ ਜਾ ਰਹੇ ਨੇ ਔਰ ਸਾਡਾ ਇੰਨੀ ਅਜੇ ਕਣਕ ਦੀ ਗਹਾਈ ਰਹਿੰਦੀ ਹੈ, ਤਾਂ ਮਜ਼ਦੂਰਾਂ ਨੂੰ ਪਿੱਛੋਂ ਆਵਾਜ਼ਾਂ ਲਗਾਉਂਦੇ ਨੇ। ਲੇਕਿਨ ਮਜ਼ਦੂਰ ਜਿਹੜਾ ਕਿ ਵਾਪਸ ਆਉਣ ਤੋਂ ਨਾ ਕਰਦੇ ਨੇ, ਕਿ ਕਹਿੰਦੇ ਕਿ ਸਾਨੂੰ ਜਿਹੜੀ ਹੈ ਕਿ ਨੀਂਦ ਆ ਰਹੀ ਹੈ। ਫਿਰ ਜਿਹੜਾ ਕੁਲਦੀਪ ਸਿੰਘ ਦਾ ਬੇਟਾ ਪ੍ਰਭਜੀਤ ਸਿੰਘ ਹੈ, ਉਹਨਾਂ ਨੂੰ ਲਾਲਚ ਦਿੰਦਾ ਕਿ ਜਿਹੜੀ ਤੁਹਾਨੂੰ ਮਜ਼ਦੂਰੀ 2 ਰੁਪਏ ਤੋਂ 2.5 ਹੋਈ, ਹੁਣ ਮੈਂ ਤੁਹਾਡੀ 3 ਰੁਪਏ ਕਰ ਦਿੰਦਾ ਵਾਂ, 3 ਰੁਪਏ ਮਜ਼ਦੂਰੀ ਕਰ ਦਾਂਗਾ ਤੇ ਤੁਸੀਂ ਆ ਜਾਓ। ਫਿਰ ਉਹ ਚਾਰੇ ਮਜ਼ਦੂਰ ਜਿਹੜੇ ਨੇ ਆਪਸ 'ਚ ਸਲਾਹ ਕਰਦੇ ਨੇ। ਹੁਣ ਦੇਖੋ ਇੱਥੇ ਧਿਆਨ ਨਾਲ, ਗਰਜ ਕਿਹਦੀ ਸੀ? ਪਹਿਲਾਂ ਕੁਲਦੀਪ ਸਿੰਘ ਤੇ ਉਹਦੇ ਬੇਟੇ ਪ੍ਰਭਜੋਤ ਸਿੰਘ ਦੀ, ਦੋਨਾਂ ਦੀ ਗਰਜ ਸੀ ਕਿਉਂਕਿ ਉਹਨਾਂ ਨੇ ਆਪਣੀ ਕਣਕ ਦੀ ਗਹਾਈ ਕਰਾਉਣੀ ਸੀ, ਮੀਂਹ ਆ ਸਕਦਾ ਸੀ। ਦੂਸਰੇ ਪਾਸੇ ਹੁਣ ਉਹਨਾਂ ਨੇ ਜਿਹੜੇ ਮਜ਼ਦੂਰ, ਉਹਨਾਂ ਨੂੰ ਕਿਸ ਚੀਜ਼ ਦੀ ਗਰਜ ਹੈ? ਪੈਸੇ ਦੀ, ਮਜ਼ਦੂਰੀ ਦੀ। ਔਰ ਇਹਨਾਂ ਨੇ ਲਾਲਚ ਦੇ ਦਿੱਤਾ ਕਿ ਹੁਣ ਤੁਹਾਡੀ ਮਜ਼ਦੂਰੀ 2.5 ਤੋਂ 3 ਰੁਪਏ ਕਰ ਦਿੱਤੀ ਹੈ। ਆਪਣੀ ਗਰਜ ਖਾਤਰ ਹਰ ਕੋਈ ਕੰਮ ਕਰਨ ਨੂੰ ਤਿਆਰ ਹੋ ਜਾਂਦਾ ਹੈ। ਸੋ ਇਹ ਜਿਹੜੇ ਮਜ਼ਦੂਰ ਵੀ 3 ਰੁਪਏ ਦਾ, ਜਿੱਥੇ ਇਹਨਾਂ ਨੂੰ ਕਿਤੇ ਨਾਰਮਲ ਡੇਜ਼ ਵਿੱਚ, ਇਹਨਾਂ ਨੂੰ ਆਮ ਦਿਨਾਂ ਵਿੱਚ ਮਜ਼ਦੂਰੀ 1.5 ਰੁਪਏ 2 ਰੁਪਏ ਮਿਲ ਰਹੀ ਸੀ, ਉਹ ਇਹਨਾਂ ਨੂੰ 3 ਰੁਪਏ ਮਿਲ ਰਹੇ ਹੈ, ਡਬਲ ਮਿਲ ਰਹੀ ਹੈ। ਇਸ ਕਰਕੇ ਇਹ ਜਿਹੜੇ ਕਿ ਸਲਾਹ ਕਰਕੇ ਫਿਰ ਵਾਪਸ ਆ ਜਾਂਦੇ ਹਨ ਔਰ ਜਿਹੜੀ ਕਣਕ ਦੀ ਕਹਾਈ ਦਾ ਕੰਮ ਹੈ ਉਹ ਸ਼ੁਰੂ ਦੁਬਾਰਾ ਕਰ ਦਿੰਦੇ ਹਨ। ਪ੍ਰਭਜੀਤ ਸਿੰਘ ਤੇਜ਼ ਪੱਤੀ ਦੀ ਫਿਰ ਉਹਨਾਂ ਨੂੰ ਚਾਹ ਬਣਾ ਕੇ ਲਿਆ ਕੇ ਦਿੰਦਾ ਹੈ ਤੇ ਨਾਲ ਹੀ ਕਹਿੰਦਾ ਹੈ ਕਿ ਅਸਮਾਨ ਵੱਲ ਵੇਖੋ, ਬਿਜਲੀ ਕੜਕ ਰਹੀ ਹੈ, ਬਾਰਿਸ਼ ਕਦੇ ਵੀ ਆ ਸਕਦੀ ਹੈ, ਸੋ ਛੇਤੀ ਤੁਸੀਂ ਕਣਕ ਦੀ ਗਹਾਈ ਦਾ ਕੰਮ ਕਰੋ। ਸੋ ਇਹ ਸੀ ਕਹਾਣੀ ਗਰਜਾ ਮਾਰੇ। ਸੋ ਪਹਿਲਾ ਇਹ ਕੁਐਸਚਨ ਆ ਜਾਂਦਾ ਹੈ ਕਿ ਗਰਜਾ ਮਾਰੇ ਕਹਾਣੀ ਕਿਸ ਦੀ ਲਿਖੀ ਹੋਈ ਹੈ? ਸੁਖਵੰਤ ਕੌਰ ਮਾਨ ਜੀ ਦੀ। ਕਹਿੰਦੇ ਨੇ ਕਿ ਇਸ ਕਹਾਣੀ ਵਿੱਚ ਗਰਜਾ ਮਾਰੇ ਕੌਣ ਹਨ? ਜੋ ਮੇਨ ਪ੍ਰਸ਼ਨ ਇਹ 'ਚੋਂ ਆ ਸਕਦਾ, ਕੁਐਸਚਨ ਆ ਸਕਦਾ ਕਿ ਗਰਜਾ ਮਾਰੇ ਕੌਣ ਹਨ ਤੇ ਉਹਨਾਂ ਦੀ ਕੀ ਗਰਜਾਂ ਹਨ। ਸੋ ਇਸ ਕਹਾਣੀ ਵਿੱਚ ਜ਼ਿਮੀਦਾਰ ਹੈ ਇੱਕ ਪਾਸੇ ਔਰ ਦੂਸਰੇ ਪਾਸੇ ਕੌਣ ਹਨ? ਮਜ਼ਦੂਰ। ਜ਼ਿਮੀਦਾਰ ਦੀ ਕਿਸ ਚੀਜ਼ ਦੀ ਗਰਜ ਹੈ? ਕਿਉਂਕਿ ਮੀਂਹ ਆਉਣ ਤੋਂ ਪਹਿਲਾਂ ਜਾਂ ਬਾਰਿਸ਼ ਆਉਣ ਤੋਂ ਪਹਿਲਾਂ ਆਪਣੇ ਕਣਕ ਦੀ ਗਹਾਈ ਕਰਾਉਣੀ, ਇਹ ਉਸ ਦੀ ਗਰਜ ਹੈ। ਦੂਸਰੇ ਪਾਸੇ ਮਜ਼ਦੂਰ, ਉਹਨਾਂ ਦੀ ਕੀ ਗਰਜ ਹੈ? ਉਹ ਮੌਕਾ ਵੇਖ ਕੇ ਉਹਨਾਂ ਨੂੰ ਲਾਲਚ ਆ ਗਿਆ ਕਿ ਚਲੋ ਜ਼ਿਆਦਾ ਮਜ਼ਦੂਰੀ ਮਿਲਦੀ ਪਈ ਤੇ ਜ਼ਿਆਦਾ ਮਜ਼ਦੂਰੀ ਲੈ ਲਓ, ਇਹ ਉਹਨਾਂ ਦੀ ਗਰਜ ਹੈ। ਫਿਰ ਅਗਲਾ ਕੁਐਸਚਨ ਆ ਜਾਏਗਾ ਕਿ ਕਿਹੜੀ ਗੱਲ ਕਰਕੇ ਜਿਹੜੀ ਕਣਕ ਦੀ ਗਹਾਈ ਦੀ ਕਾਹਲੀ ਪਈ ਹੋਈ ਸੀ, ਛੇਤੀ ਪਈ ਸੀ ਕਿ ਛੇਤੀ ਕਰਨਾ ਕਿਉਂ ਸੀ? ਕਿਉਂਕਿ ਬਾਰਿਸ਼ ਆ ਸਕਦੀ ਸੀ, ਕਣਕ ਖਰਾਬ ਹੋ ਸਕਦੀ ਸੀ। ਤੀਸਰਾ ਕੁਐਸਚਨ ਆ ਸਕਦਾ ਹੈ ਕਿ ਮਸ਼ੀਨ ਕਿਸ ਦੀ ਸੀ? ਗੁਰਪਾਲ ਸਿੰਘ ਦੀ। ਇਹ ਕੁਐਸਚਨ ਆਂਦਾ ਔਰ ਬੱਚਿਆਂ ਨੂੰ ਹਮੇਸ਼ਾ ਰਹਿ ਜਾਂਦਾ ਹੈ ਇਸ ਨੂੰ ਯਾਦ ਕਰਨਾ ਕਿ ਮਸ਼ੀਨ ਕਿਸ ਦੀ ਸੀ? ਗੁਰਪਾਲ ਸਿੰਘ ਦੀ। ਫਿਰ ਹੈ ਕਿ ਮਜ਼ਦੂਰਾਂ ਨੂੰ ਅਖੀਰ ਵਿੱਚ ਕਿੰਨੇ ਰੁਪਏ ਜਿਹੜੀ ਮਜ਼ਦੂਰੀ ਦੇਣ ਲਈ ਪ੍ਰਭਜੀਤ ਸਿੰਘ ਨੇ ਕਿਹਾ ਸੀ? 3 ਰੁਪਏ। ਕਿੰਨੀ ਮਜ਼ਦੂਰੀ ਲਾਸਟ ਵਿੱਚ ਗਈ? 3 ਰੁਪਏ। ਔਰ ਪਿੰਡ ਦਾ ਸਰਪੰਚ ਕੌਣ ਸੀ ਜਿਹਦੇ ਮਜ਼ਦੂਰ ਇਹ ਲਾਲਚ ਜਿੱਥੇ ਮਜ਼ਦੂਰੇ ਕੰਮ ਕਰ ਰਹੇ ਸਨ ਉਹਨਾਂ ਨੂੰ ਲਾਲਚ ਦੇ ਕੇ ਲੈ ਕੇ ਆਏ ਸੀ ਪਿਓ ਪੁੱਤਰ? ਉਸ ਸਰਪੰਚ ਦਾ ਕੀ ਨਾਮ ਸੀ? ਬਲਕਾਰ ਸਿੰਘ। ਔਰ ਕਿਰਪਾਲ ਸਿੰਘ ਦੇ ਕੁਲਦੀਪ ਸਿੰਘ ਦੇ ਮੁੰਡੇ ਦਾ ਕੀ ਨਾਮ ਹੈ? ਪ੍ਰਭਜੀਤ ਸਿੰਘ। ਪ੍ਰਭਜੀਤ ਸਿੰਘ ਨੇ ਮਜ਼ਦੂਰਾਂ ਨੂੰ ਛੇਤੀ ਕੰਮ ਕਰਾਉਣ ਲਈ ਕੀ ਕੀਤਾ? ਉਹਨਾਂ ਨੂੰ ਤੇਜ਼ ਪੱਤੀ ਵਾਲੀ ਚਾਹ ਪਿਆਈ ਔਰ ਨਾਲ ਹੀ ਉਹਨਾਂ ਨੂੰ ਥੋੜੀ ਜਿਹੜੀ ਕਿ ਅਫੀਮ ਖਾਣ ਨੂੰ ਵੀ ਦਿੱਤੀ। ਸੋ ਇਹ ਸੀ ਕਹਾਣੀ ਗਰਜਾ ਮਾਰੇ। ਉਮੀਦ ਕਰ ਰਹੀ ਹਾਂ ਸਮਝ ਆ ਗਈ ਹੋਵੇਗੀ, ਪਰ ਫਿਰ ਵੀ ਜੇ ਕੋਈ ਚੀਜ਼ ਰਹਿ ਜਾਂਦੀ ਹੈ ਜਾਂ ਤੁਸੀਂ ਕੋਈ ਹੋਰ ਚੈਪਟਰ ਸਮਝਣਾ ਚਾਹੁੰਦੇ ਹੋ, ਮੈਨੂੰ ਮੇਰੇ ਕਮੈਂਟ ਬਾਕਸ ਵਿੱਚ ਲਿਖ ਦਿਓ। ਮੈਂ ਜਿੰਨੀ ਜਲਦੀ ਹੋ ਸकेगा ਉਸ ਨੂੰ ਪੋਸਟ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਧੰਨਵਾਦ।